अस्सलाम वालेकुम जी। ਸਭ ਦਾ ਵਾਰਮ ਵੈਲਕਮ ਮੇਰੇ ਚੈਨਲ ਤੇ। ਇੱਕ ਬਾਈ ਦਾ ਸਵਾਲ ਸੀ ਕਿ ਅਰਾਈਗੋ ਪਰ ਲਾ ਫਾਰਮਾਸੀਓਨ ਦੇ ਕਿਹੜੇ ਕੋਰਸਿਸ ਨੇ ਜਿਨ੍ਹਾਂ 'ਚ ਦਾਖਲਾ ਲੈ ਕੇ ਬੰਦਾ ਪੇਪਰ ਲੈ ਸਕਦਾ। ਜਿਹੜੇ ਲੋਕ ਤੇ ਪਹਿਲੀ ਵਾਰੀ ਅਰਾਈਗੋ ਪਰ ਲਾ ਫਾਰਮਾਸੀਓਨ ਦੇ ਉੱਤੇ ਵੀਡੀਓ ਮੇਰੀ ਦੇਖ ਰਹੇ ਨੇ ਉਹ ਉਹਨਾਂ ਵਾਸਤੇ ਉਹ ਜਾਣ ਲੈਣ ਕਿ ਸਪੇਨ ਨੇ ਐਲਾਨ ਕੀਤਾ ਸੀ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਸਪੇਨ ਦੇ ਵਿੱਚ ਤਕਰੀਬਨ 2 ਸਾਲ ਹੋ ਜਾਣ ਤੇ ਉਹ ਇੱਕ ਕੋਰਸ ਦੀ ਬੁਨਿਆਦ ਉੱਤੇ ਸਪੇਨ ਦੇ ਪੇਪਰ ਲੈ ਸਕਦੇ ਨੇ ਹੈ। ਯਾਨੀ ਕਿ ਕਿਸੇ ਵੀ ਕੋਰਸ ਵਿੱਚ ਦਾਖਲਾ ਲੈਣਾ ਹੈ ਔਰ ਉਸ ਦਾਖਲੇ ਦੀ ਬੁਨਿਆਦ 'ਤੇ ਸਪੇਨ ਦੇ ਪੇਪਰ ਲੱਭ ਜਾਂਦੇ ਨੇ। ਉਹ 1 ਸਾਲ ਦਾ ਕਾਰਡ ਲੱਭਦਾ ਹੈ ਔਰ ਉਸ ਤੋਂ ਬਾਅਦ ਜਦੋਂ ਪੇਪਰ ਰਿਨਿਊ ਕਰਵਾਉਣੇ ਨੇ ਤੇ ਫਿਰ ਤੁਸੀਂ ਉਹ ਕੋਰਸ ਮੁਕੰਮਲ ਕਰਕੇ ਉਹਦਾ ਸਰਟੀਫਿਕੇਟ ਲੈ ਕੇ ਨਾਲ ਲਾਣਾ ਹੈ ਤੇ ਨਾਲ ਕੰਮ ਢੂੰਡਣਾ ਵੀ ਮੈਨੂੰ ਫਲਾਣ ਜਗ੍ਹਾ ਤੇ ਕੰਮ ਲੱਭ ਰਿਹਾ ਤੇ ਤੁਹਾਡੇ ਪੇਪਰ ਰਿਨਿਊ ਹੋ ਕੇ ਨਾਰਮਲ ਪੇਪਰ ਬਣ ਜਾਂਦੇ ਨੇ। ਹੁਣ ਇਹਦੇ ਉੱਤੇ ਮੁਖਤਲਿਫ ਰਾਏ ਨੇ, ਕੁਝ ਕਹਿੰਦੇ ਨੇ ਠੀਕ ਨੇ, ਕੁਝ ਕਹਿੰਦੇ ਨੇ ਗਲਤ ਨੇ। ਹਰ ਬੰਦਾ ਆਪਣਾ ਆਪਣਾ ਹਿਸਾਬ ਹੈ ਉਹ ਚੈੱਕ ਕਰ ਸਕਦਾ। ਲੇਕਿਨ ਸਿੱਧੀ ਗੱਲ ਹੈ ਵੀ ਕਿ ਜਦੋਂ ਵੀ ਕੋਈ ਵੀ ਬੰਦਾ ਜਿਹਨੂੰ ਆਇਆ ਸਪੇਨ ਦੇ ਵਿੱਚ 2 ਸਾਲ ਹੋ ਜਾਣ ਔਰ ਉਹ ਸਪੇਨ ਦੇ ਮੈਂ ਲਿਸਟ ਦੱਸਾਂਗਾ ਕਿਹੜੇ ਕੋਰਸਾਂ ਦੀ ਲਿਸਟ ਹੈ, ਉਹਨਾਂ 'ਚ ਕਿਸੇ ਇੱਕ ਵਿੱਚ ਵੀ ਤੁਸੀਂ ਦਾਖਲਾ ਲੈ ਲਓ ਔਰ ਮੈਕਸੀਮਮ ਕੋਰਸ ਦਾ ਜਿਹੜਾ ਡਿਊਰੇਸ਼ਨ ਹੈ ਉਹ 2 ਸਾਲ ਦਾ, ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ। ਮਿਨੀਮਮ ਕੁਝ ਵੀ ਹੋ ਸਕਦਾ, ਡਿਪੈਂਡ ਕਰਦਾ ਕੋਰਸ ਤੇ। ਤੁਸੀਂ ਉਸ ਕੋਰਸ ਤੇ ਦਾਖਲਾ ਲੈਣਾ ਤੇ ਉਹ ਲੈ ਕੇ ਤੁਸੀਂ ਉਹਦੇ ਨਾਲ ਸਾਰੇ ਡਾਕੂਮੈਂਟਸ ਲਾ ਕੇ ਇੱਕ ਜਮ੍ਹਾਂ ਕਰਾਣੇ ਨੇ। ਉਹਦੇ ਵਾਸਤੇ ਕੀ ਮਿਨੀਮਮ ਰਿਕੁਆਇਰਮੈਂਟ ਕੀ ਹੁੰਦੀ ਕਿ ਤੁਸੀਂ ਸਪੇਨ ਦੇ ਵਿੱਚ 2 ਸਾਲ ਰਹੇ ਹੋਵੋ, ਤੁਹਾਡੇ ਤੇ ਕੋਈ ਕ੍ਰਿਮੀਨਲ ਕੇਸ ਨਾ ਹੋਵੇ, ਨਾ ਸਪੇਨ 'ਚ ਹੋਵੇ ਨਾ ਤੁਹਾਡੇ ਮੁਲਕ ਹੋਵੇ ਹੈ। ਇਹਨਾਂ 2 ਸਾਲਾਂ ਦੇ ਅੰਦਰ ਤੁਸੀਂ ਸਪੇਨ 'ਚੋਂ ਬਾਹਰ ਨਾ ਗਏ ਹੋ, ਅਗਰ ਗਏ ਹੋ ਤਾਂ 3 ਮਹੀਨਿਆਂ ਤੋਂ ਉੱਤੇ ਨਾ ਗਏ ਹੋ। ਠੀਕ ਹੋ ਗਿਆ ਜੀ। ਕਿਹੜੇ ਹੁਣ ਕੋਰਸਿਸ ਨੇ, ਕੋਰਸਿਸ ਨੂੰ ਅਸੀਂ ਸਭ ਨੂੰ ਆਸਤਾ ਆਸਤਾ ਡਿਸਕਸ ਕਰਨੇ ਆ। ਪਹਿਲੀ ਚੀਜ਼ ਇਹ ਵੇ ਕਿ ਇਹੋ ਜਿਹਾ ਕੋਰਸ ਵੇ ਜਿਹਨੂੰ ਫਿਜ਼ੀਕਲ ਐਕਟੀਵਿਟੀ ਔਰ ਡਿਪੋਰਟਿਵੋ ਕਹਿੰਦੇ ਨੇ ਹੈ ਕਿ ਕਿਸੇ ਵੀ ਫਿਜ਼ੀਕਲ ਐਕਟੀਵਿਟੀ ਦਾ ਕੋਰਸ ਹੋਵੇ ਤੁਸੀਂ ਉਹਦੇ ਵਿੱਚ ਦਾਖਲਾ ਲੈ ਕੇ ਵੀ ਇਹ ਪੇਪਰ ਲੈ ਸਕਦੇ ਹੋ ਹੈ। ਉਸ ਤੋਂ ਬਾਅਦ ਐਡਮਿਨਿਸਟ੍ਰੇਸ਼ਨ ਇੱਕ ਹਸਤਿਓਨ ਆਉਂਦਾ ਹੈ ਕਿ ਐਡਮਿਨਿਸਟ੍ਰੇਸ਼ਨ ਦਾ ਕੋਈ ਵੀ ਕੋਰਸ ਹੋਵੇ ਜਿਹਨੂੰ ਐਡਮਿਨਿਸਟ੍ਰੇਸ਼ਨ ਇੱਕ ਹਸਤਿਓਨ ਸਪੇਨਿਸ਼ ਜ਼ੁਬਾਨ 'ਚ ਕਹਿੰਦੇ ਨੇ, ਉਸ ਕੋਰਸ ਵਿੱਚ ਵੀ ਤੁਸੀਂ ਦਾਖਲਾ ਲੈ ਕੇ ਪੇਪਰ ਲੈ ਸਕਦੇ ਹੋ। ਤੀਸਰਾ ਹੁੰਦਾ ਹੈ ਜਿਹਨੂੰ ਸਪੈਨਿਸ਼ ਅਗਰਾਰੀਆ ਕਹਿੰਦੇ ਨੇ, ਜ਼ਿਮੀਂਦਾਰੀ ਦਾ ਕੋਰਸ ਹੁੰਦਾ, ਉਸ ਤੋਂ ਬਾਅਦ ਇਹ ਕੋਰਸ ਸਿਖਾਇਆ ਜਾਂਦਾ, ਉਹਦੇ 'ਤੇ ਵੀ ਤੁਸੀਂ ਪੇਪਰ ਲੈ ਸਕਦੇ ਹੋ। ਫਿਰ ਹੁੰਦਾ ਹੈ ਆਰਟਿਸਟਿਕ ਗ੍ਰਾਫਿਕੋ, ਆਰਟਸ ਦਾ ਇੱਕ ਕੋਰਸ ਹੁੰਦਾ ਹੈ, ਠੀਕ ਹੈ, ਗ੍ਰਾਫਿਕ ਦਾ, ਉਸ ਦੇ ਵਿੱਚ ਵੀ ਤੁਸੀਂ ਦਾਖਲਾ ਲੈ ਕੇ ਪੇਪਰ ਲੈ ਸਕਦੇ ਹੋ। ਕਮਰਸ਼ੀਅਲ ਮਾਰਕੀਟਿੰਗ, ਠੀਕ ਹੋ ਗਿਆ ਜੀ। ਮਾਰਕੀਟਿੰਗ ਦੁਕਾਨਾਂ ਦਾ ਕੀ ਹਿਸਾਬ ਹੁੰਦਾ ਹੈ ਜਾਂ ਮਾਰਕੀਟਿੰਗ ਦੇ ਉੱਤੇ ਜਿਹੜੇ ਕੋਰਸਿਸ ਕਰਾਏ ਜਾਂਦੇ ਨੇ ਉਸ ਦੇ ਵਿੱਚ ਤੁਸੀਂ ਦਾਖਲਾ ਲੈ ਕੇ ਪੇਪਰ ਲੈ ਸਕਦੇ ਹੋ। ਉਸ ਤੋਂ ਬਾਅਦ ਓਬਰੇ ਦਾ ਕੋਰਸ ਹੁੰਦਾ ਹੈ ਜਿਹੜਾ ਸਿਖਾਇਆ ਜਾਂਦਾ, ਜਿਹਦੇ ਵਿੱਚ ਜਿਹੜੇ ਲੋਕ ਮਿਸਤਰੀਆਂ ਦਾ ਕੰਮ ਕਰਦੇ ਨੇ ਇਹਦਾ ਵੀ ਕੋਰਸ ਹੈ। ਉਸ ਤੋਂ ਬਾਅਦ ਬਿਜਲੀ ਦੇ ਕੰਮ ਦਾ ਵੀ ਕੋਰਸ ਹੈ, ਠੀਕ ਹੋ ਗਿਆ ਜੀ। ਹੈ ਮਕੈਨਿਕ ਦਾ ਵੀ ਕੋਰਸ ਹੈ। ਉਸ ਤੋਂ ਬਾਅਦ ਆਸਟ੍ਰੇਲੀਆਈ ਟੂਰਿਜ਼ਮੋ, ਯਾਨੀ ਕਿ ਜਿਹੜੇ ਲੋਕ ਬਾਰਾਂ ਤੇ ਰੈਸਟੋਰੈਂਟਸ 'ਤੇ ਕੰਮ ਕਰਦੇ ਨੇ ਉਹਦਾ, ਔਰ ਟੂਰਿਸਟ ਏਰੀਆ ਜਿਹੜੇ ਲੋਕ ਕੰਮ ਕਰਦੇ ਨੇ ਉਹਦੇ ਕੋਰਸ ਦੇ ਉੱਤੇ ਵੀ ਤੁਸੀਂ ਦਾਖਲਾ ਲੈ ਕੇ ਤੇ ਲੈ ਸਕਦੇ ਹੋ। ਇਮਾਹਿਨ ਪਰਸੋਨਾਲ ਦਾ ਕੋਰਸ ਵੀ ਹੁੰਦਾ ਜਿਸ 'ਚ ਮੇਰੇ ਖਿਆਲ ਨਾਲ ਕੈਮਰੇ ਵਾਲਾ ਹੁੰਦੇ ਨੇ, ਉਹਨਾਂ ਨੂੰ ਕੋਰਸ ਸਿਖਾਇਆ ਜਾਂਦਾ ਜਿਸ 'ਚ ਬੰਦਿਆਂ ਦੀਆਂ ਫੋਟੋਆਂ ਵਗੈਰਾ ਬਣਾਉਂਦੇ ਨੇ, ਠੀਕ ਹੈ ਜੀ। ਇੰਡਸਟਰੀਅਸ ਐਲੀਮੈਂਟਾਰੀਅਸ, ਇੰਡਸਟਰੀਅਲ ਐਲੀਮੈਂਟੇਸ਼ਨ ਦੇ ਉੱਤੇ ਵੀ ਤੁਸੀਂ ਕੋਰਸ 'ਚ ਦਾਖਲਾ ਲੈ ਸਕਦੇ ਹੋ ਹੈ, ਠੀਕ ਹੋ ਗਿਆ ਜੀ। ਇੰਸਟਾਲੇਸ਼ਨੋ ਮੰਟੇਨੀਮੈਂਟੋ, ਜਿਹੜੇ ਲੋਕ ਹੈ ਇੰਸਟਾਲੇਸ਼ਨ ਕਰਦੇ ਨੇ ਚੀਜ਼ਾਂ ਦੀ ਘਰਾਂ ਦੇ ਵਿੱਚ ਵੀ ਹੈ, ਉਹ ਬਾਅਦ ਉਹਨਾਂ ਨੂੰ ਮੰਟੇਨੀਮੈਂਟੋ ਮੇਨਟੇਨ ਕਰਨ ਵਾਲਾ ਵੀ ਇੱਕ ਸਪੈਸ਼ਲ ਕੋਰਸ ਨੇ, ਤੁਸੀਂ ਉਹਦੇ ਵਿੱਚ ਵੀ ਦਾਖਲਾ ਲੈ ਸਕਦੇ ਹੋ। ਮਾਦੇਰਾ ਮੁਏਬਲੇ, ਲੱਕੜੀ ਦੇ ਕੰਮ ਦਾ ਵੀ ਕੋਰਸ ਹੁੰਦਾ, ਤੁਸੀਂ ਉਹਦੇ ਵਿੱਚ ਵੀ ਦਾਖਲਾ ਲੈ ਕੇ ਤੇ ਲੈ ਸਕਦੇ ਹੋ। ਉਸ ਤੋਂ ਬਾਅਦ ਕੀਮੀਕਾ, ਕੈਮਿਸਟਰੀ ਦਾ ਇੱਕ ਕੋਰਸ ਹੁੰਦਾ, ਉਹਦੇ 'ਤੇ ਵੀ ਤੁਸੀਂ ਦਾਖਲਾ ਲੈ ਕੇ ਲੈ ਸਕਦੇ ਹੋ। ਉਸ ਤੋਂ ਬਾਅਦ ਸਾਨੀਦਾਦ ਨੂੰ ਸਿਹਤ ਦਾ ਇੱਕ ਕੋਰਸ ਹੁੰਦਾ ਜਿਸ 'ਚ ਮੇਨ ਚੀਜ਼ਾਂ ਸਾਨੀਦਾਦ ਦੀਆਂ ਸਿਖਾਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਸਗੂਰੀਦਾਦ ਦਾ, ਜਿਹੜੇ ਲੋਕ ਸਿਕਿਉਰਿਟੀ ਦਾ ਕੰਮ ਕਰਦੇ ਨੇ, ਇਹ ਮੇਨ ਕੋਰਸਿਸ ਨੇ ਜਿਨ੍ਹਾਂ ਦੀ ਬੇਸ 'ਤੇ ਅਗਰ ਤੁਹਾਨੂੰ ਸਪੇਨ ਵਿੱਚ ਰਹਿੰਦਿਆਂ 2 ਸਾਲ ਹੋ ਗਏ ਨੇ ਉਹ ਤੁਸੀਂ ਸਮਝਦੇ ਕਿ ਮੈਂ 1 ਸਾਲ ਇੰਤਜ਼ਾਰ ਨਹੀਂ ਕਰਨਾ ਚਾਹੁੰਦਾ, ਬਾਅਦ ਫਿਰ ਮੈਂ ਕਿੱਥੋਂ ਕੰਟਰੈਕਟ ਢੂੰਡਾਂਗਾ ਜਾਂ ਮੈਨੂੰ ਨਹੀਂ ਲੱਭੇਗਾ, ਮੈਂ ਨਾ ਹੀ ਅਰਾਈਗੋ ਲਾਬੋਰਾਲ ਵਿੱਚ ਜਾਣਾ ਚਾਹੁੰਦਾ ਨਾ ਹੀ ਅਰਾਈਗੋ ਸੋਸ਼ਲ 'ਚ ਜਾਣਾ ਚਾਹੁੰਦਾ, ਫਿਰ ਤੁਹਾਡੇ ਕੋਲ ਚਾਂਸਸ ਹੁੰਦਾ ਕਿ ਤੁਸੀਂ ਅਰਾਈਗੋ ਪਰ ਲਾ ਫਾਰਮਾਸੀਓਨ 'ਚ ਚਲੇ ਜਾਓ ਔਰ ਇਸ ਦੀ ਬੇਸ 'ਤੇ ਤੁਸੀਂ ਡਾਕੂਮੈਂਟਸ ਲੈ ਲਓ। ਉਹਦੇ ਵਾਸਤੇ ਇਹ ਹੈ ਕਿ ਤੁਹਾਨੂੰ ਸਪੇਨ 'ਚ 2 ਸਾਲ ਹੋਏ ਹੋਣ ਔਰ ਸਪੇਨ ਦਾ ਤੁਸੀਂ ਜਿਤਨੇ ਮੈਂ ਕੋਰਸਿਸ ਦੱਸੇ ਨੇ ਕਿਸੇ ਇੱਕ 'ਚ ਦਾਖਲਾ ਲੈ ਕੇ ਤੇ ਉਹ ਦਾਖਲੇ ਦੇ ਡਾਕੂਮੈਂਟਸ ਨਾਲ ਲਾ ਕੇ ਤੁਸੀਂ
ਡਾਕੂਮੈਂਟਸ ਲੈ ਸਕਦੇ ਹੋ। 1 ਸਾਲ ਦਾ ਕਾਰਡ ਲੱਭੇਗਾ ਜੇ ਤੁਸੀਂ ਪਾਕਿਸਤਾਨ ਜਾ ਸਕਦੇ ਹੋ, ਯੂਰਪੀਅਨ ਦੇ ਕਿਸੇ ਮੁਲਕ ਵੀ ਜਾ ਕੇ ਘੁੰਮ ਫਿਰ ਸਕਦੇ ਹੋ, ਕਿਸੇ ਵੀ ਦੂਸਰੇ ਮੁਲਕ ਜਾ ਸਕਦੇ ਹੋ। ਠੀਕ ਹੋ ਗਿਆ। ਲੇਕਿਨ ਨਾਲ ਆਪਣਾ ਕੋਰਸ ਵੀ ਤੁਸੀਂ ਕਰਨਾ ਹੈ। ਠੀਕ ਹੋ ਗਿਆ। ਆਪਣਾ ਕੋਰਸ ਜਦੋਂ ਅੱਗੋਂ ਕੋਰਸ ਦੀਆਂ ਕਈ ਟਾਈਪਸ ਆਉਣਗੀਆਂ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਜਾ ਕੇ ਆਨਲਾਈਨ ਵੀ ਹੋ ਸਕਦਾ ਹੈ, ਸੈਮ ਪ੍ਰੈਸੈਂਸ਼ੀਅਲ ਵੀ ਹੋ ਸਕਦਾ ਹੈ, ਯਾਨੀ ਕਿ ਤੁਸੀਂ ਜਾ ਕੇ ਕਲਾਸਾਂ ਲੈਣੀਆਂ ਨੇ, ਉਹ ਵੀ ਹੋ ਸਕਦਾ ਹੈ, ਸੈਮੀ ਪ੍ਰੈਸੈਂਸ਼ੀਅਲ ਵੀ ਹੋ ਸਕਦਾ ਹੈ, ਲੇਕਿਨ ਆਨਲਾਈਨ ਟੋਟਲੀ ਨਹੀਂ ਹੋਵੇਗਾ। ਠੀਕ ਹੋ ਗਿਆ ਜੀ। ਸੈਮੀ ਪ੍ਰੈਸੈਂਸ਼ੀਅਲ ਦਾ ਮਤਲਬ ਹੈਗਾ ਕੁਝ ਉਹਨਾਂ ਦੀਆਂ ਕਲਾਸਿਸ ਆਨਲਾਈਨ ਹੋਣਗੀਆਂ, ਕੁਝ ਕਲਾਸਿਸ ਜਿਹੜੀਆਂ ਨੇ ਉਹ ਜਾ ਕੇ ਲੈਣੀਆਂ ਹੋਣਗੀਆਂ। ਫਿਰ ਤੁਸੀਂ ਐਗਜ਼ਾਮ ਪਾਸ ਕਰੇ ਕਰਨ ਦਾ, ਉਸ ਤੋਂ ਬਾਅਦ ਤੁਸੀਂ ਸਰਟੀਫਿਕੇਟ ਲਓਗੇ। ਉਹ ਸਰਟੀਫਿਕੇਟ ਤੁਹਾਡੇ ਕੋਲ ਹੋਵੇਗਾ, ਤੁਹਾਡੇ ਪੇਪਰ ਰਿਨਿਊ ਹੋਣਗੇ, ਨਹੀਂ ਪੇਪਰ ਰਿਨਿਊ ਹੋਣਗੇ। ਠੀਕ ਹੋਗਾ ਜੀ। ਨਾਲ ਫਿਰ ਤੁਸੀਂ ਇਸ ਦਾ ਫਾਇਦਾ ਹੋਵੇਗਾ, ਅਗਰ ਟਾਈਮ ਜ਼ਾਇਆ ਇਨਸਾਨ ਕਰਦਾ ਹੈ, ਤੇ ਇਸ ਦਾ ਫਾਇਦਾ ਹੋਵੇਗਾ ਕਿ ਕੱਲ੍ਹ ਨੂੰ ਜਦੋਂ ਤੁਸੀਂ ਮਾਰਕੀਟ 'ਚ ਜਾਂਦੇ ਹੋ ਤੇ ਮੈਜੋਰਟੀ ਸਾਡੇ ਜਿਹੜੇ ਲੋਕ ਆਏ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ, ਉਹਨਾਂ ਕੋਲ ਕੋਈ ਹੁਨਰ ਨਹੀਂ ਹੁੰਦਾ ਨਾ। ਤਾਂ ਫਿਰ ਇੱਥੇ ਜਿਸ ਹਿਸਾਬ ਦਾ ਉਹਨਾਂ ਦੇ ਹਾਲਾਤ, ਜਿਸ ਹਿਸਾਬ 'ਤੇ ਉਹਨਾਂ ਨੂੰ ਇਜਾਜ਼ਤ ਦਿੰਦੇ ਨੇ, ਉਸ ਹਿਸਾਬ ਦਾ ਉਹ ਕੰਮ ਸਿੱਖਦੇ ਨੇ। ਕੋਈ ਕਬਾਬ ਚਲੇ ਜਾਂਦੇ ਨੇ, ਕੋਈ ਕਰਿਆਨਾ ਚਲੇ ਜਾਂਦੇ ਨੇ, ਕੋਈ ਫਰੂਟੇਰੀਆ ਚਲੇ ਜਾਂਦੇ ਨੇ, ਕੋਈ ਮਿਸਤਰੀਆਂ ਨਾਲ ਚਲੇ ਜਾਂਦੇ ਨੇ, ਕੋਈ ਜ਼ਮੀਨਦਾਰੇ ਚਲੇ ਜਾਂਦੇ ਨੇ, ਜਿਸ ਹਿਸਾਬ ਦਾ ਉਹਨੂੰ ਕੰਮ ਲੱਭਦਾ। ਲੇਕਿਨ ਅਗਰ ਇਹ ਤੁਸੀਂ ਡਿਪਲੋਮਾ ਆਪਣੀ ਪਸੰਦ ਦਾ ਕਰਦੇ ਹੋ ਤਾਂ ਫਿਰ ਉਸ ਹਿਸਾਬ 'ਤੇ ਤੁਹਾਡੇ ਕੋਲ ਨਾ ਸਿਰਫ ਪਾਕਿਸਤਾਨੀਆਂ ਕੋਲ ਬਲਕਿ ਸਪੈਨਿਸ਼ਾਂ ਕੋਲ ਵੀ ਤੁਹਾਡੇ ਕੋਲ ਕੰਮ ਕਰਨ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਔਰ ਵਿਦ ਦਾ ਟਾਈਮ ਤੁਹਾਡੇ ਕੋਲ ਜੋ ਐਕਸਪੀਰੀਅੰਸ ਆਉਂਦਾ ਤੁਸੀਂ ਅੱਗੇ ਨਿਕਲ ਸਕਦੇ ਹੋ। ਬਾਕੀ ਵੀਡੀਓ ਕਾफ़ी ਲੰਮੀ ਹੋਗੀ। ਜਿਮ ਤੇ ਵਸਤੇ ਰਹੋ, ਆਬਾਦ ਰਹੋ, खुदा सब दा हामी नासर होवे। अल्लाह हाफिज़। टेक।